ਹੈਲੋ 10th ਕਲਾਸ ਸਟੂਡੈਂਟਸ, ਉਮੀਦ ਕਰਦੇ ਹਾਂ ਕਿ ਤੁਹਾਡੀ ਜਿਹੜੀ ਨਾਸ ਦੀ ਤਿਆਰੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਹੀ ਹੈ। ਐਂਡ ਅੱਜ ਦਾ ਜਿਹੜਾ ਸਾਡਾ ਨਾਸ ਦਾ ਕੁਇਜ਼ ਹੈ ਆਫ ਸਬ ਡੋਮੇਨ ਹਾਊ ਥਿੰਗਸ ਵਰਕ, ਸੋ ਜਿਹਦੇ ਵਿੱਚ ਆਪਾਂ 10ਵੀਂ ਕਲਾਸ ਦਾ ਚੈਪਟਰ ਨੰਬਰ 12ਵਾਂ ਇਲੈਕਟ੍ਰੀਸਿਟੀ ਅਤੇ ਚੈਪਟਰ ਨੰਬਰ 13ਵਾਂ ਮੈਗਨੈਟਿਕ ਇਫੈਕਟਸ ਆਫ ਇਲੈਕਟ੍ਰਿਕ ਕਰੰਟ, ਸੋ 12ਵੇਂ ਅਤੇ 13ਵੇਂ ਚੈਪਟਰ ਦੇ ਜਿਹੜੇ ਕੁਐਸਚਨ ਹਨ ਉਹਨਾਂ ਦੇ ਬਾਰੇ ਆਪਾਂ ਡਿਸਕਸ ਕਰਾਂਗੇ। ਸੋ ਤੁਸੀਂ ਆਪਣਾ ਜ਼ਿਲ੍ਹਾ ਫਿਲ ਕਰ ਦੇਣਾ ਹੈ, ਆਪਣਾ ਸਟੂਡੈਂਟ ਆਈਡੀ। ਸੋ ਫਸਟ ਕੁਐਸਚਨ ਜਿਹੜਾ ਹੈ ਉਹ ਕੀ ਹੈ, ਇੱਕ ਸਮਾਨ ਪਰਿਖੇਤਰ ਦੀ ਕਾਟ ਦੇ ਖੇਤਰਫਲ ਵਾਲੇ ਤਾਂਬੇ ਦੀ ਤਾਰ ਦਾ 18 ਓਮ ਦਾ ਪ੍ਰਤੀਰੋਧ ਹੁੰਦਾ ਹੈ। ਇਸ ਨੂੰ 3 ਬਰਾਬਰ ਹਿੱਸਿਆਂ ਵਿੱਚ ਕੱਟਿਆ ਜਾਂਦਾ ਹੈ। ਜੇ 3 ਹਿੱਸੇ ਸਮਾਂਤਰ ਰੂਪ ਵਿੱਚ ਜੋੜੇ ਜਾਣ ਤਾਂ ਸੁਮੇਲ ਦਾ ਕੁੱਲ ਪ੍ਰਤੀਰੋਧ ਕੀ ਹੋਏਗਾ। ਹੁਣ ਬੇਟਾ ਜੀ ਕੀ ਕਹਿ ਰਿਹਾ ਹੈ ਕਿ ਇੱਕ ਕਾਪਰ ਵਾਇਰ ਹੈ ਜਿਹੜੀ ਯੂਨੀਫਾਰਮ ਹੈ, ਕ੍ਰੋਸ ਸੈਕਸ਼ਨ ਲੈਂਥ ਅਤੇ ਜਿਹੜਾ ਏਰੀਆ ਸੇਮ ਹੈ, ਉਹਦੀ ਵਾਇਰ ਦੀ ਰਜਿਸਟੈਂਸ ਕਿੰਨੀ ਹੈ 18 ਓਮ ਦਿੱਤੀ ਹੋਈ ਹੈ। ਆਪਾਂ ਤਾਰ ਨੂੰ ਜਿਹੜਾ 3 ਬਰਾਬਰ ਹਿੱਸਿਆਂ ਦੇ ਵਿੱਚ ਕੱਟ ਦਿੱਤਾ ਅਤੇ ਹਰ ਇੱਕ ਹਿੱਸੇ ਨੂੰ ਜਿਹੜਾ ਹੈ ਆਪਾਂ ਪੈਰਲਲ ਜੋੜ ਦਿੱਤਾ। ਵੀ ਹੈਵ ਟੂ ਫਾਈਂਡ ਦੀ ਇਫੈਕਟਿਵ ਟੋਟਲ ਰਜਿਸਟੈਂਸ। ਹੁਣ ਇਹਦੇ ਵਿੱਚ ਤੁਸੀਂ ਬੇਟਾ ਜੀ ਸਾਨੂੰ ਪਤਾ ਹੈ ਕਿ ਟੋਟਲ 18 ਓਮ ਉਹਦੀ ਰਜਿਸਟੈਂਸ ਹੈ। ਜੇ ਆਪਾਂ ਉਹਨੂੰ 3 ਬਰਾਬਰ ਹਿੱਸਿਆਂ ਦੇ ਵਿੱਚ ਕੱਟਾਂਗੇ ਅਤੇ ਸਾਨੂੰ ਪਤਾ ਹੈ ਕਿ ਜਿਹੜੀ ਰਜਿਸਟੈਂਸ ਹੈ ਦੈਟ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਲੈਂਥ। ਜੇ ਉਹਦੀ ਲੈਂਥ ਘੱਟ ਜਾਏਗੀ ਅਤੇ ਉਹਦੀ ਰਜਿਸਟੈਂਸ ਵੀ ਉਨੀ ਘੱਟ ਜਾਏਗੀ। ਸੋ 3 ਹਿੱਸਿਆਂ ਦੇ ਵਿੱਚ ਕੱਟਣ ਦੇ ਨਾਲ ਹਰ ਇੱਕ ਹਿੱਸੇ ਦੀ ਜਿਹੜੀ ਰਜਿਸਟੈਂਸ ਹੈ ਉਹ 6 ਓਮ ਹੋ ਜਾਏਗੀ। ਹੁਣ 6 ਓਮ ਨੂੰ ਜੇ ਆਪਾਂ ਤਿੰਨਾਂ ਨੂੰ ਪੈਰਲਲ ਦੇ ਵਿੱਚ ਜੋੜ ਦਈਏ ਅਤੇ ਸਾਡੇ ਕੋਲ ਜਿਹੜਾ ਹੈ ਸਾਨੂੰ ਪਤਾ ਹੈ ਕਿ ਵੈਨ ਰਜਿਸਟੈਂਸ ਦੇ ਆਰ ਕਨੈਕਟਡ ਇਨ ਪੈਰਲਲ, ਸੋ ਉਸ ਕੇਸ ਦੇ ਵਿੱਚ ਜਿਹੜੀ ਸਾਡੇ ਕੋਲ ਨੈਟ ਰਜਿਸਟੈਂਸ ਆਏਗੀ 1/R1 + 1/R2 + 1/R3, ਸੋ 1/6 + 1/6 + 1/6। ਸੋ ਇਹਨੂੰ ਜਦੋਂ ਆਪਾਂ ਸੋਲਵ ਕਰਾਂਗੇ ਅਤੇ ਜਿਹੜੀ ਸਾਡੇ ਕੋਲ ਨੈਟ ਰਜਿਸਟੈਂਸ ਦੀ ਵੈਲਿਊ ਆਏਗੀ ਉਹ ਸਾਡੇ ਕੋਲ 2 ਓਮ ਆਏਗੀ। ਸੋ ਇਹਦਾ ਜਿਹੜਾ ਰਾਈਟ ਆਨਸਰ ਹੈ ਦੈਟ ਇਜ਼ 2 ਓਮ। ਆਪਸ਼ਨ ਏ ਜਿਹੜੀ ਹੈ ਦੈਟ ਇਜ਼ ਦੀ ਰਾਈਟ ਆਨਸਰ। ਸੈਕਿੰਡ ਕੁਐਸਚਨ, a 10 ohm wire is connected to a 2 volt battery source. The amount of heat generated in wire in 1 minute. ਹੁਣ ਬੇਟਾ ਜੀ ਇਹਦੇ ਵਿੱਚ ਸਾਨੂੰ ਰਜਿਸਟੈਂਸ ਦਿੱਤੀ ਹੋਈ ਹੈ 10 ਓਮ, ਬੈਟਰੀ ਕਿੰਨੀ ਆਪਾਂ ਲਗਾਈ ਹੈ 2 ਵੋਲਟੇਜ ਦੀ। ਇਹਦੇ ਤੋਂ ਆਪਾਂ ਹੀਟ ਦਾ ਜੇ ਫਾਰਮੂਲਾ ਸਾਨੂੰ ਪਤਾ ਹੋਏ, ਹੀਟ ਕਿਹਦੇ ਬਰਾਬਰ ਹੁੰਦੀ ਹੈ ਦੈਟ ਇਜ਼ ਇਕੁਅਲ ਟੂ ਪਾਵਰ ਇਨਟੂ ਟਾਈਮ। ਹੁਣ ਪਾਵਰ ਜਿਹੜੀ ਹੈ ਉਹ ਆਪਾਂ ਕਿਸ ਤਰ੍ਹਾਂ ਫਾਈਂਡ ਆਊਟ ਕਰ ਸਕਦੇ ਹਾਂ, V ਅਤੇ R ਦਿੱਤਾ ਹੋਇਆ ਹੈ V²/R। ਸੋ ਸਾਨੂੰ ਓਮਸ ਲਾ ਤੋਂ ਫਾਰਮੂਲਾ ਪਤਾ ਹੋਣਾ ਚਾਹੀਦਾ ਹੈ। 2 ਦਾ ਸਕੁਏਅਰ 4/10, ਪਾਵਰ ਆ ਗਈ 4/10, 4/10, ਟਾਈਮ 1 ਮਿੰਟ, 1 ਮਿੰਟ ਮਤਲਬ 60 ਸੈਕਿੰਡਸ। 0 ਨਾਲ 0 ਕੱਟਿਆ ਗਿਆ, 6 ਚੌਕਾ 24। ਸੋ ਸਾਡੇ ਕੋਲ ਜਿਹੜੀ ਕਿੰਨੀ ਹੀਟ ਜਿਹੜੀ ਜਨਰੇਟ ਹੋਏਗੀ ਦੈਟ ਇਜ਼ ਇਕੁਅਲ ਟੂ 24 ਜੂਲ ਜਿਹੜਾ ਹੈ। ਇਹਦਾ ਸੀ ਆਪਸ਼ਨ ਜਿਹੜੀ ਹੈ ਦੈਟ ਇਜ਼ ਦੀ ਰਾਈਟ ਆਨਸਰ ਆਫ ਦਿਸ ਕੁਐਸਚਨ। ਥਰਡ ਕੁਐਸਚਨ, ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਕਰੈਕਟਲੀ ਮੈਚਡ। ਕਿ 3 ਸਾਨੂੰ ਆਪਸ਼ਨਸ ਦਿੱਤੀਆਂ ਹੋਈਆਂ ਹਨ, ਇਹਨਾਂ ਦੇ ਵਿੱਚੋਂ ਦੱਸਣਾ ਹੈ ਕਿ ਇਹਨਾਂ ਦੇ ਵਿੱਚੋਂ ਕਿਹੜੀ ਸਹੀ ਮੈਚ ਨਹੀਂ ਹੈ। ਸੋ ਪਹਿਲੇ ਨੰਬਰ 'ਤੇ ਇਲੈਕਟ੍ਰਿਕ ਸੈੱਲ ਹੈ, ਬੈਟਰੀ ਦੀ ਪਛਾਣ ਸਾਨੂੰ ਪਤਾ ਹੈ ਪੋਜ਼ਿਟਿਵ ਅਤੇ ਨੈਗੇਟਿਵ, ਬਿਲਕੁਲ ਸਹੀ ਹੈ। ਦੂਸਰੀ ਬੀ ਆਪਸ਼ਨ ਜਿਹੜੀ ਹੈ ਦੈਟ ਇਜ਼ ਆਲਸੋ ਰਜਿਸਟਰ, ਰਜਿਸਟਰ ਨੂੰ ਦਰਸਾਉਂਦੀ ਹੈ। ਤੀਸਰੀ ਓਪਨ ਪਲੱਗ ਕੀ, ਸੋ ਤੀਸਰੀ ਆਪਸ਼ਨ ਜਿਹੜੀ ਹੈ ਉਹ ਡਾਇਗਰਾਮ ਦੇ ਵਿੱਚ ਕਲੋਜ਼ਡ ਪਲੱਗ ਕੀ ਦੀ ਹੈ। ਸੋ ਇਹਦਾ ਮਤਲਬ ਕੀ ਹੈ ਕਿ ਇਹ ਜਿਹੜੀ ਆਪਸ਼ਨ ਹੈ ਇਹ ਮੈਚ ਨਹੀਂ ਕਰ ਰਹੀ। ਸੋ ਇਹਦਾ ਜਿਹੜਾ ਰਾਈਟ ਆਨਸਰ ਹੈ ਕਿ ਇਹਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਮੈਚ ਨਹੀਂ ਕਰ ਰਹੀ ਦੈਟ ਇਜ਼ ਦੀ C1, ਕਿਉਂਕਿ ਜਿਹੜੀ ਆਪਸ਼ਨ ਸਾਨੂੰ ਡਾਇਗਰਾਮ ਦਿੱਤੀ ਹੋਈ ਹੈ ਉਹ ਕਲੋਜ਼ਡ ਪਲੱਗ ਕੀ ਦੀ ਹੈ। ਸੋ C ਇਜ਼ ਦੀ ਰਾਈਟ ਆਨਸਰ ਆਫ ਦਿਸ ਕੁਐਸਚਨ। ਫੋਰਥ ਕੁਐਸਚਨ, ਪ੍ਰਯੋਗ ਦੇ ਦੌਰਾਨ ਇੱਕ ਵਿਦਿਆਰਥੀ ਸਥਾਨ A ਅਤੇ B ਦੇ ਨਾਲ ਜੁੜੇ ਜੰਤਰ ਨੂੰ ਭੁੱਲ ਜਾਂਦਾ ਹੈ। A ਅਤੇ B ਵਿੱਚ ਕਿਹੜਾ ਜੰਤਰ ਜੋੜਿਆ ਜਾਣਾ ਹੈ ਓਮ ਦੇ ਸਿਧਾਂਤ ਦੀ ਤਸਦੀਕ ਕੀਤੀ ਜਾ ਸਕੇ। During experiment, a student forgot to attach instrument at position A and B
what should be attached at position A and B so that ohm law can be verified। ਹੁਣ ਬੇਟਾ ਜੀ ਜੇ ਤੁਸੀਂ ਚੈਪਟਰ ਇਲੈਕਟ੍ਰੀਸਿਟੀ ਧਿਆਨ ਦੇ ਨਾਲ ਪੜ੍ਹਿਆ ਹੈ ਉਹਦੇ ਵਿੱਚ ਆਪਾਂ ਪੜ੍ਹਿਆ ਸੀ ਕਿ ਜਿਹੜਾ ਐਮੀਟਰ ਹੈ ਉਹਨੂੰ ਆਪਾਂ ਹਮੇਸ਼ਾ ਸੀਰੀਜ਼ ਦੇ ਵਿੱਚ ਕਨੈਕਟ ਕਰਦੇ ਹਾਂ ਤੇ ਜਿਹੜਾ ਵੋਲਟਮੀਟਰ ਹੈ ਉਹਨੂੰ ਆਪਾਂ ਹਮੇਸ਼ਾ ਪੈਰਲਲ ਦੇ ਵਿੱਚ ਸਰਕਟ ਦੇ ਵਿੱਚ ਕਨੈਕਟ ਕਰਦੇ ਹਾਂ। ਸੋ ਬੀ ਦੇ ਵਿੱਚ ਜਿਹੜਾ ਹੈ ਇੱਥੇ ਆਪਾਂ ਵੋਲਟਮੀਟਰ ਕਨੈਕਟ ਕਰਾਂਗੇ ਤੇ ਏ ਦੇ ਉੱਤੇ ਆਪਾਂ ਐਮੀਟਰ ਕਨੈਕਟ ਕਰਾਂਗੇ। ਸੋ ਆਪਸ਼ਨ ਡੀ ਜਿਹੜੀ ਹੈ ਐਟ ਏ ਐਮੀਟਰ ਆਏਗਾ ਤੇ ਬੀ ਦੇ ਉੱਤੇ ਵੋਲਟਮੀਟਰ ਆਏਗਾ। ਸੋ ਫੋਰਥ ਆਪਸ਼ਨ ਜਿਹੜੀ ਹੈ दैट इज़ दी राइट आंसर कि जिहड़ा ਉਹ ਓਮਸ ਲਾ ਨੂੰ वेरीफाई करके साडा जिहड़ा सर्किट है ਉਹਦੀ बिल्कुल करैक्ट रीडिंग दर्शाएगी। सो फोर्थ ऑप्शन इज़ राइट आंसर। फिफ्थ क्वेश्चन विच वन ऑफ द फॉलोइंग स्टेटमेंट इज़ करैक्ट। एक सर्किट दिता होया है जिहदे विच दो रजिस्टर लगे हुए हैं, एक आर है तो एक 2R रजिस्टर लगा होया है। ये साडी बैटरी लगी हुई है पॉजिटिव नैगेटिव। हुण बेटा जी सानू पता होना चाहिए है कि जदों जड़ियाँ दो रजिस्टेंस हैं वो सीरीज़ दे विच लगियां होईयां हुंदियां हन एंड सीरीज़ दे विच करंट जिहड़ा है उहदी वैल्यू सेम रहिंदी है। सीरीज़ दे विच करंट दी वैल्यू सेम रहिंदी है ते पैरलल दे विच जिहड़े रजिस्टर लगे हुए हुंदे हन उहनां दे विच जिहड़ी पोटैंशियल दी वैल्यू है वो सेम रहिंदी है। हुण इहदे विच तुसीं देखो कि दो रजिस्टर दोने सीरीज़ च लगे हैं और इन्हां दे विच जिहड़ा करंट है ਉਹਦੀ वैल्यू सेम होएगी। सो ऑप्शन बी जिहड़ी है दैट इज़ दी राइट वन। करंट थ्रू बोथ दी कंडक्टर्स और रजिस्टर आर सेम कि बी ऑप्शन जिहड़ी है वो इहदी बिल्कुल सही ऑप्शन है। सिक्स्थ क्वेश्चन एन इंड्यूस्ड EMF is produced when a magnet is moved in a coil। मैगनीट्यूड ऑफ इंड्यूस्ड EMF does not depend on। हुण बेटा जी असी मैगनैटिक इफैक्ट्स ऑफ इलैक्ट्रिक करंट दे विच देखिया कि जदों भी आपां मैगनेट नूं कोआइल दे विच्चों जिस कोआइल दे विच्चों करंट लंघ रहा है ਉਹਦੇ ਵਿੱਚੋਂ ਆਪਾਂ मैगनेट अगे पिछे लगाने हाँ तो इंड्यूस्ड EMF जनरेट हुंदी है तो करंट की डिफ्लैक्शन जिहड़ी है वो सानू पता लगती है कि कितना करंट जनरेट हो रहा है। और इन्हां दे विच्चों जिहड़ी इंड्यूस्ड EMF जनरेट हुई है वो किहदे उत्ते डिपेंड करती है, वो डिपेंड करती है कि मैगनेट आपां किस स्पीड दे नाल मूव कर रहे हाँ। सो दिस इज़ राइट आंसर बी। नंबर ऑफ टर्नस इन दी कोआइल, जिन्नियां ज़्यादा कोआइल्स दे उत्ते टर्न वध होणगियां उन्ना जिहड़ा डिफ्लैक्शन है इंड्यूस्ड EMF है उसदी वैल्यू वध जनरेट होएगी। सो ये भी इंड्यूस्ड EMF इहदे उत्ते भी डिपेंड करती है। रजिस्टिविटी ऑफ दी वायर ऑफ दी कोआइल ਇਹਦੇ ਉੱਤੇ ਜਿਹੜੀ ਇੰਡਿਊਸਡ EMF ਹੈ ਉਹਦੀ ਵੈਲਿਊ ਬਿਲਕੁਲ ਡਿਪੈਂਡ ਨਹੀਂ ਕਰਦੀ। ਸਟਰੈਂਥ ਆਫ ਮੈਗਨੇਟ ਉਹਦੇ ਉੱਤੇ ਵੀ ਡਿਪੈਂਡ ਕਰਦੀ ਹੈ। ਜਿੰਨਾ ਵੱਧ ਮੈਗਨੇਟ ਸਟਰੋਂਗ ਹੋਏਗਾ ਉਨੀ ਵੱਧ ਇੰਡਿਊਸਡ EMF ਜਨਰੇਟ ਹੋਏਗੀ। ਸੋ ਇਹਦਾ ਰਾਈਟ ਆਨਸਰ ਕੀ ਹੈ ਕਿ ਜਿਹੜੀ ਇੰਡਿਊਸਡ EMF ਹੈ ਉਹ ਰਜਿਸਟਿਵਿਟੀ ਆਫ ਵਾਇਰ ਦੇ ਉੱਤੇ ਡਿਪੈਂਡ ਨਹੀਂ ਕਰਦੀ। ਸੋ ਥਰਡ ਆਪਸ਼ਨ ਜਿਹੜੀ ਹੈ दैट इज़ दी राइट आंसर। सैवंथ क्वेश्चन what should be the core of an electromagnet। सो जिहड़े साडे इलैक्ट्रोमैगनेट्स हैं जिहड़े आपां टैंपरेरी जां परमानेंट इलैक्ट्रोमैगनेट बनाने हाँ सो उन्हां दी जिहड़ी कोर है वो काहदे बने हुए हुंदे हन, वो नरम लोहे दे जे बने हुए हुंदे हन। सो इहदा जिहड़ा राइट आंसर है दैट इज़ सॉफ्ट आयरन जिहड़ी है ਉਹਦੇ इलैक्ट्रोमैगनेट्स आपां बनाउण दे विच वरतों करदे हां। सो 8th क्वेश्चन द फ्रीकुएंसी ऑफ अल्टरनेटिंग करंट सप्लाई इन इंडिया। सो जिहड़ा साडा घरां दे विच करंट आ रहा है AC करंट, सो ਉਹਦੀ ਜਿਹੜੀ फ्रीकुएंसी है सानू सारिਆਂ ਨੂੰ पता होना चाहिए है। जे तुसी ध्यान दे नाल अप्लायंसिस भी देखो AC TV प्रैस ਉਹਦੇ ਉੱਤੇ ਉਹਨਾਂ ने ਜਿਹੜੀ ਉਹਦੀ AC ਦੀ फ्रीकुएंसी लिखी ਹੁੰਦੀ है वो कितनी फ्रीकुएंसी लिखी हुई होंगी है इंडिया दे विच जिहड़े यूज़ करते हाँ 50 हर्ट्स एंड दिस इज़ वेरी वेरी इंपॉर्टेंट। सो कई बारी बेटा जी तुसी देखिया होना कि जिहड़े अपलायंसिस आपां साडे रिश्तेदार जिहड़े बाहरों अमरीका तो जां इंग्लैंड तो लैके आंदे हन सो मैच नहीं करते क्योंकि जिहड़ी बाहरले मुल्कां दे विच USA दे विच जिहड़ी अपलायंसिस हन वो कितनी फ्रीकुएंसी दे उत्ते काम करते हैं
ਉਹ 60 ਹਰਟਜ਼ ਦੇ ਉੱਤੇ ਕੰਮ ਕਰਦੇ ਹਨ। ਸੋ ਤਾਂ ਕਰਕੇ ਉਹ ਇੰਡੀਆ ਦੇ ਵਿੱਚ ਜਿਹੜੇ ਇਲੈਕਟ੍ਰੋਨਿਕ ਅਪਲਾਇੰਸਿਸ ਹਨ ਉਹ ਕੰਮ ਨਹੀਂ ਕਰਦੇ। ਸੋ ਇੰਡੀਆ ਦੇ ਵਿੱਚ ਜਿਹੜੇ ਅਪਲਾਇੰਸਿਸ ਕਿੰਨੀ ਫਰੀਕੁਐਂਸੀ ਦੇ ਉੱਤੇ ਕੰਮ ਕਰਦੇ ਹਨ, ਉਹ 50 ਹਰਟਜ਼ ਫਰੀਕੁਐਂਸੀ ਦੇ ਉੱਤੇ ਕੰਮ ਕਰਦੇ ਹਨ। ਸੋ ਆਪਸ਼ਨ ਬੀ ਜਿਹੜੀ ਹੈ ਦੈਟ ਇਜ਼ ਦੀ ਰਾਈਟ ਆਨਸਰ। 9th ਕੁਐਸਚਨ, ਫਿਊਜ਼ ਤਾਰ ਜੋ ਸਾਡੇ ਘਰੇਲੂ ਉਪਕਰਨਾਂ ਨੂੰ ਖਰਾਬ ਹੋਣ ਤੋਂ ਬਚਾਉਂਦੀ ਹੈ ਉਹ ਵਿਸ਼ੇਸ਼ ਗੁਣਾਂ ਵਾਲੀ ਸਮੱਗਰੀ ਤੋਂ ਬਣੀ ਹੋਈ ਹੁੰਦੀ ਹੈ। ਫਿਊਜ਼ ਵਾਇਰ which protect our home appliances from being damaged is made up of material having special characteristics. The special characteristics of material, it should be non-metallic material, material having low melting point, material having high melting point। ਹੁਣ ਬੇਟਾ ਜੀ ਅਸੀਂ ਜਦੋਂ ਇਲੈਕਟ੍ਰੀਸਿਟੀ ਚੈਪਟਰ ਪੜ੍ਹਿਆ ਸੀ ਉਹਦੇ ਵਿੱਚ ਡਿਸਕਸ ਕੀਤਾ ਸੀ ਕਿ ਜਿਹੜਾ ਹਰ ਇੱਕ ਅੱਜ ਕੱਲ੍ਹ ਸਾਡੇ ਕਮਰੇ ਦੇ ਵਿੱਚ ਇੱਕ ਆਪਾਂ ਫਿਊਜ਼ ਲਗਾਇਆ ਹੋਇਆ ਹੁੰਦਾ ਹੈ ਕਿ ਜਦੋਂ ਸ਼ਾਰਟ ਸਰਕਟ ਹੁੰਦਾ ਹੈ ਜਾਂ ਜਦੋਂ ਓਵਰਲੋਡਿੰਗ ਹੋ ਜਾਂਦੀ ਹੈ, ਕਰੰਟ ਵੱਧ ਜਾਂਦਾ ਹੈ ਪਿੱਛੋਂ, ਅਤੇ ਤਾਂ ਜੋ ਸਾਡੇ ਅਪਲਾਇੰਸਿਸ ਸਾਰੇ ਨਾ ਸੜ ਸਕਣ, ਉਹ ਫਿਊਜ਼ ਜਿਹੜਾ ਹੈ ਸਭ ਤੋਂ ਪਹਿਲੇ ਉੱਡ ਜਾਂਦਾ ਹੈ, ਜਿਹਦੇ ਨਾਲ ਹੈ ਸਾਡੀ ਕਮਰੇ ਦੀ ਜਿਹੜੀ ਸਪਲਾਈ ਹੈ ਉਹ ਬੰਦ ਹੋ ਜਾਂਦੀ ਹੈ ਅਤੇ ਬਾਕੀ ਜਿਹੜੇ ਸਾਡੇ ਉਸ ਕਮਰੇ ਦੇ ਵਿੱਚ ਅਪਲਾਇੰਸਿਸ ਹਨ, ਟੀਵੀ, ਫਰਿੱਜ, ਏਸੀ, ਉਹ ਸੜਨ ਤੋਂ ਬਚ ਜਾਂਦੇ ਹਨ। ਸੋ ਜਿਹੜਾ ਫਿਊਜ਼ ਹੈ ਉਹ ਆਪਾਂ ਕਿਹੜੀ ਮਟੀਰੀਅਲ ਦਾ ਬਣਾਉਂਦੇ ਹਾਂ, ਉਹ ਮੈਟਲ ਦਾ ਬਣਿਆ ਹੋਇਆ ਹੁੰਦਾ ਹੈ ਅਤੇ ਉਹ ਵਾਲਾ ਮਟੀਰੀਅਲ ਜਿਹਦਾ ਲੋ ਮੈਲਟਿੰਗ ਪੁਆਇੰਟ ਹੋਏ। ਲੋ ਮੈਲਟਿੰਗ ਪੁਆਇੰਟ ਤਾਂ ਕਰਕੇ ਹੋਏ ਕਿ ਮਾੜਾ ਜਿਹਾ ਵੀ ਓਵਰਲੋਡ ਹੋਇਆ, ਮਾੜਾ ਜਿਹਾ ਵੀ ਲੋਡ ਵਧਿਆ ਅਤੇ ਜਿਹੜਾ ਉਹ ਫਿਊਜ਼ ਦੀ ਤਾਰ ਹੈ ਉਹ ਪਿਘਲ ਜਾਂਦੀ ਹੈ ਅਤੇ ਫਿਊਜ਼ ਉੱਡ ਜਾਂਦਾ ਹੈ ਅਤੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਪਿੱਛੋਂ ਕਰੰਟ ਹੈ ਉਹ ਵੱਧ ਘੱਟ ਰਿਹਾ ਹੈ। ਸੋ ਮਟੀਰੀਅਲ ਹੈਵਿੰਗ ਲੋ ਮੈਲਟਿੰਗ ਪੁਆਇੰਟ, ਸੋ ਲੋ ਮੈਲਟਿੰਗ ਪੁਆਇੰਟ ਵਾਲੇ ਮਟੀਰੀਅਲ ਦੇ ਜਿਹੜੇ ਆਪਾਂ ਫਿਊਜ਼ ਹਨ ਉਹਦੇ ਵਿੱਚ ਉਹ ਵਾਲੀ ਤਾਰ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਬੀ ਆਪਸ਼ਨ ਜਿਹੜੀ ਹੈ ਦੈਟ ਇਜ਼ ਦੀ ਰਾਈਟ ਆਨਸਰ। Last question of today's lecture. In the classroom, teacher asked from students that which instrument can detect the presence of electric current in the circuit. ਅਧਿਆਪਕ ਨੇ ਕਲਾਸ ਵਿੱਚ ਬੱਚਿਆਂ ਤੋਂ ਪੁੱਛਿਆ ਕਿ ਉਹ ਕਿਹੜਾ ਯੰਤਰ ਹੈ ਜਿਸ ਨਾਲ ਅਸੀਂ ਸਰਕਟ ਵਿੱਚ ਬਿਜਲੀ ਦੇ ਕਰੰਟ ਦੀ ਮੌਜੂਦਗੀ ਦਾ ਪਤਾ ਲਗਾ ਸਕਦੇ ਹਾਂ। ਓਡੋਮੀਟਰ, ਵੋਲਟਮੀਟਰ, ਐਮਮੀਟਰ ਕਿ ਗਲਵੈਨੋਮੀਟਰ। ਹੁਣ ਬੇਟਾ ਜੀ ਓਡੋਮੀਟਰ ਤੇ ਜਿਹੜੇ ਹਨ ਉਹ ਸਾਡੇ ਕਾਰਾਂ ਦੇ ਵਿੱਚ ਲੱਗੇ ਹੋਏ ਹੁੰਦੇ ਹਨ। ਸੋ ਜਿਹੜੇ ਸਾਡੀ ਕਿੰਨੀ ਕਾਰ ਡਿਸਟੈਂਸ ਟਰੈਵਲ ਕਰ ਰਹੀ ਹੈ, ਸੋ ਕਿੰਨੀ ਉਹਦੀ ਵੈਲੋਸਿਟੀ ਹੈ ਉਹਦੇ ਬਾਰੇ ਦੱਸਦੇ ਹਨ। ਸੋ ਇਹ ਆਪਸ਼ਨ ਤੇ ਸਹੀ ਨਹੀਂ ਹੈ। ਵੋਲਟਮੀਟਰ ਜਿਹੜਾ ਹੈ ਬੈਟਰੀ ਦੇ ਵਿੱਚ ਕਿੰਨਾ ਪੋਟੈਂਸ਼ੀਅਲ ਹੈ, ਸਰਕਟ ਦੇ ਵਿੱਚ ਕਿੰਨਾ ਪੋਟੈਂਸ਼ੀਅਲ ਹੈ ਉਹਦੇ ਬਾਰੇ ਦੱਸਦੇ ਹਨ। ਸੋ ਹੁਣ ਅਧਿਆਪਕ ਨੇ ਕੀ ਪੁੱਛਿਆ ਹੈ, ਬਿਜਲੀ ਦੇ ਵਿੱਚ ਕਰੰਟ ਦੀ ਮੌਜੂਦਗੀ। ਸੋ ਕਰੰਟ ਦੀ ਜਿਹੜੀ ਮੌਜੂਦਗੀ ਹੈ, ਸੋ ਇਹ ਕੁਐਸਚਨ ਥੋੜ੍ਹਾ ਜਿਹਾ ਬਣਾਉਣ ਵਾਲੇ ਨੇ ਗਲਤ ਕੀਤਾ ਹੈ। ਇਹਦੇ ਵਿੱਚ ਜਿਹੜੀਆਂ ਦੋ ਆਨਸਰ ਜਿਹੜੇ ਹਨ ਉਹ ਸਹੀ ਹੋ ਸਕਦੇ ਹਨ। ਸੋ ਐਮ ਮੀਟਰ ਜਿਹੜਾ ਹੈ, ਐਮ ਮੀਟਰ ਵੀ ਜਿਹੜਾ ਹੈ ਉਹ ਕਰੰਟ ਦੇ ਬਾਰੇ ਸਾਨੂੰ ਜਾਣਕਾਰੀ ਦਿੰਦਾ ਹੈ ਕਿ ਸਰਕਟ ਦੇ ਵਿੱਚ ਕਿੰਨਾ ਕਰੰਟ ਫਲੋ ਕਰ ਰਿਹਾ ਹੈ। ਸੋ ਬਿਲਕੁਲ ਕਰੰਟ ਦੇ ਬਾਰੇ ਜਾਣਕਾਰੀ ਆਪਾਂ ਐਮ ਮੀਟਰ ਤੋਂ ਪ੍ਰਾਪਤ ਕਰ ਸਕਦੇ ਹਾਂ। ਦੂਸਰਾ ਜਿਹੜਾ ਗਲਵੈਨੋਮੀਟਰ ਵੀ ਜਿਹੜੀ ਇਹਦੀ ਆਪਸ਼ਨ ਉਹ ਹੋ ਸਕਦੀ ਹੈ, ਕਿਉਂਕਿ ਗਲਵੈਨੋਮੀਟਰ ਜਿਹੜਾ ਹੈ ਉਹਦੀ ਜਿਹੜੀ ਸੂਈ ਹੈ ਉਹ ਡਿਫਲੈਕਟ ਕਰਦੀ ਹੈ। ਸੋ ਜਿਹੜੀ ਸਾਨੂੰ ਦੱਸ ਦਿੰਦੀ ਹੈ ਜੇ ਲੈਫਟ ਸਾਈਡ ਨੂੰ ਡਿਫਲੈਕਟ ਕਰੇ ਤਾਂ ਪਤਾ ਲੱਗ ਰਿਹਾ ਹੈ ਕਿ ਸਰਕਟ ਦੇ ਵਿੱਚ ਕਰੰਟ ਜਿਹੜਾ ਹੈ ਉਹ ਓਪੋਜ਼ਿਟ ਡਾਇਰੈਕਸ਼ਨ 'ਚ ਮੂਵ ਕਰ ਰਿਹਾ ਹੈ। ਜੇ ਰਾਈਟ ਸਾਈਡ ਨੂੰ ਡਿਫਲੈਕਸ਼ਨ ਕਰੇ ਫਿਰ ਵੀ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਸਰਕਟ ਦੇ ਵਿੱਚ ਜਿਹੜਾ ਕਰੰਟ ਹੈ ਉਹ ਫਲੋ ਕਰ ਰਿਹਾ ਹੈ। ਸੋ ਗਲਵੈਨੋਮੀਟਰ ਜਿਹੜਾ ਹੈ ਉਹ ਵੀ ਸਾਨੂੰ ਕਰੰਟ ਦੀ ਮੌਜੂਦਗੀ ਬਾਰੇ ਦੱਸਦਾ ਹੈ ਅਤੇ ਐਮਮੀਟਰ ਜਿਹੜਾ ਹੈ ਉਹ ਵੀ ਸਾਨੂੰ ਕਰੰਟ ਦੀ ਮੌਜੂਦਗੀ ਬਾਰੇ ਦੱਸਦਾ ਹੈ। ਸੋ ਇਹਦੀਆਂ ਜਿਹੜੀਆਂ ਰਾਈਟ ਆਨਸਰਸ ਹਨ ਐਮਮੀਟਰ ਐਂਡ ਗਲਵੈਨੋਮੀਟਰ, ਬੋਥ ਆਪਸ਼ਨਸ ਜਿਹੜੀਆਂ ਉਹ ਰਾਈਟ ਆਨਸਰ ਹਨ। ਸੋ ਆਈ ਹੋਪ ਕਿ ਤੁਹਾਨੂੰ ਅੱਜ ਦਾ ਜਿਹੜਾ ਇਹ ਲੈਕਚਰ ਹੈ ਨਾਸ ਬੇਸਡ ਲਰਨਿੰਗ ਆਊਟਕਮ ਕੁਐਸਚਨਸ, ਸੋ ਜਿਹਦੇ ਵਿੱਚ ਜਿਹੜਾ ਚੈਪਟਰ ਇਲੈਕਟ੍ਰੀਸਿਟੀ ਅਤੇ ਮੈਗਨੈਟਿਕ ਇਫੈਕਟਸ ਆਫ ਇਲੈਕਟ੍ਰਿਕ ਕਰੰਟ ਦੇ ਜਿਹੜੇ ਇੰਪੋਰਟੈਂਟ MCQs ਆਪਾਂ ਡਿਸਕਸ ਕੀਤੇ ਹਨ ਉਹਦੇ ਬਾਰੇ ਸਮਝ ਆ ਗਈ ਹੋਏਗੀ। ਸੋ ਇਫ ਯੂ ਹੈਵ ਐਨੀ ਡਾਊਟ ਯੂ ਕੈਨ ਰਾਈਟ ਇਨ ਦੀ ਕਮੈਂਟ ਸੈਕਸ਼ਨ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਟਿਲ ਦੈਨ ਗੁੱਡ ਬਾਏ।